हाँ जी स्टूडेंट्स, लास्ट टाइम तुसी डिफरेंट टाइप्स ऑफ कॉलॉइड्स के बारे डिस्कस किया तो उस तो बाद तुसी टॉपिक स्टार्ट किया सी एक डेफिनेशन लिखी सी मीजल्स जिहड़े इन्हां दी डेफिनेशन तो वैसे तुसी लिख चुके हैं बट नैक्सट होर एक एग्जाम्पल दे के मीजल्स नूं इलैबोरेट किया गया वो टॉपिक भी आप इत्थे डिस्कस करांगे। जिथे तुसी डेफिनेशन लिखी हुई है मीजल्स की उस तो बाद टॉपिक जो है ये तुसी करना है। पहला समझा देने इहदे बारे तुहानूं। Definition has the measles are cluster or aggregate particles formed by the association of colloids in solution। कहते ਜਿਹੜੇ ਮੀਜ਼ਲਸ ਨੇ ਇੱਕ ਇਕੱਠ ਹੁੰਦਾ ਪਾਰਟੀਕਲਸ ਦਾ ਕਲਸਟਰ ਇਕੱਠ ਨੂੰ ਕਹਿ ਦਿੰਦੇ, ਐਗਰੀਗੇਟ ਵੀ ਇਕੱਠ ਹੁੰਦਾ, ਪਾਰਟੀਕਲਸ ਦਾ ਇਕੱਠ ਹੁੰਦਾ ਜਿਹੜਾ ਕਿ ਡਿਫਰੈਂਟ ਜਿਹੜੇ ਕੋਲੋਇਡਸ ਨੇ ਸੋਲਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਉਹਨਾਂ ਦੀ ਆਪਸ 'ਚ ਜਦੋਂ ਐਸੋਸੀਏਸ਼ਨ ਹੁੰਦੀ ਹੈ, ਜਦੋਂ ਆਪਸ 'ਚ ਆ ਕੇ ਜੁੜਦੇ ਆ ਤਾਂ ਉਹਨਾਂ ਤੋਂ ਮਿਲ ਕੇ ਫਿਰ ਮੀਜ਼ਲਸ ਬਣਦੇ ਆ। एग्जाम्पल ਦਿੱਤੀ ਹੋਈ ਹੈ। ਫੋਰ ਐਗਜ਼ਾਮਪਲ ਆ ਸਾਬਣ ਜੋ ਹੈ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਕੱਪੜੇ ਧੋਣੇ ਵਾਲਾ, ਉਹਦਾ ਫਾਰਮੂਲਾ ਇਹ ਸੋਡੀਅਮ ਸਟੀਰੇਟ ਕਹਿੰਦੇ ਆਪਾਂ ਇਹਨੂੰ, C17H35COONA, ਸੋਡੀਅਮ ਸਟੀਰੇਟ। ਇਟ ਗਿਵਸ ਸਟੀਰੇਟ ਆਇਨਸ C17H35COO ਨੈਗੇਟਿਵ ਪਲੱਸ Na ਪੋਜ਼ਿਟਿਵ। ਇਹ ਸਟੀਰੇਟ ਆਇਨਸ ਬਣ ਗਏ ਤੇ ਇਹ ਸੋਡੀਅਮ ਆਇਨ ਹੈ। In this case, stearate ions associate to form ionic micelles ਜਾਂ ਮੀਜ਼ਲਸ ਆਫ ਕੋਲੋਇਡਲ ਸਾਈਜ਼। ਇਸ ਕੇਸ ਦੇ ਵਿੱਚ ਕਹਿੰਦੇ ਸਿਰਫ ਆ ਜਿਹੜੇ ਸਟੀਰੇਟ ਆਇਨਸ ਨੇ ਇਹ ਆਪਸ 'ਚ ਇਕੱਠੇ ਹੁੰਦੇ ਆ ਅਤੇ ਇਕੱਠੇ ਹੋ ਕੇ ਮਿਲ ਕੇ ਫਿਰ ਇਹ ਆਇਨਿਕ ਮੀਜ਼ਲਸ ਬਣਾਉਂਦੇ ਆ ਜਿਨ੍ਹਾਂ ਦਾ ਸਾਈਜ਼ ਜੋ ਹੈ ਉਹ ਕੋਲੋਇਡਲ ਪਾਰਟੀਕਲਸ ਜਿਹੜੇ ਨੇ ਉਹਨਾਂ ਦੇ ਸਾਈਜ਼ ਦਾ ਜੋ ਸਾਈਜ਼ ਇਹਨਾਂ ਦਾ ਵੀ ਪਾਰਟੀਕਲਸ ਦਾ ਹੋ ਜਾਂਦਾ। ਥੀਸ ਸਟੀਰੇਟ ਆਇਨਸ ਕੰਸਿਸਟ ਆਫ 2 ਪਾਰਟਸ। ਅਤੇ ਜਿਹੜੇ ਸਟੀਰੇਟ ਆਇਨਸ ਨੇ ਇਹਦੇ ਵਿੱਚ ਦੋ ਵੱਖਰੇ ਵੱਖਰੇ ਪਾਰਟ ਹੁੰਦੇ ਆ। ਨੰਬਰ 1, a non-polar part consists of long chain hydrocarbon C17H35 part, it is also called tail। ਕਹਿੰਦੇ ਇਹਦੇ ਵਿੱਚ ਇੱਕ ਨੋਨ ਪੋਲਰ ਪਾਰਟ ਹੁੰਦਾ ਹੈ। ਕਾਰਬਨ ਤੇ ਹਾਈਡਰੋਜਨ ਜੋ ਹੈ ਇਹਨਾਂ ਦੇ ਵਿੱਚ ਬਿਲਕੁਲ ਪੋਲੈਰਿਟੀ ਨਹੀਂ ਹੁੰਦੀ, ਤੁਸੀਂ +1 'ਚ ਪੋਲੈਰਿਟੀ ਪੜ੍ਹੀ ਹੈ, ਬਹੁਤ ਘੱਟ ਪੋਲੈਰਿਟੀ ਦਾ ਡਿਫਰੈਂਸ ਹੁੰਦਾ ਇਹਨਾਂ ਦੇ ਵਿੱਚ। ਇਹ ਨੋਨ ਪੋਲਰ ਪਾਰਟ ਹੈ, ਇਹਨੂੰ ਟੇਲ ਦਾ ਨਾਮ ਵੀ ਦਿੱਤਾ ਜਾਂਦਾ ਹੈ। दिस पार्ट इज़ इनसोलेबल इन वाटर। ये जोड़ा पार्ट होंदा है C17H35 नॉन पोलर है। सो नॉन पोलर जोड़े है वो पानी दे विच इनसोलेबल होंदे है क्योंकि पानी पोलर होंदा है। तो तुसीं ये पढ़िया होया लाइक डिजोल्व्स लाइक। नॉन पोलर ने नॉन पोलर दे विच सोलेबल होना है तो पोलर ने पोलर च सोलेबल। सो ये नॉन पोलर है, पानी दे विच इनसोलेबल है बट सोलेबल इन ऑयल और ग्रीस। बट ये जोड़ा नॉन पोलर पार्ट है C17H35 सिर्फ इन्ना ਇਹ ਆਇਲ ਦੇ ਵਿੱਚ ਜਾਂ ਗਰੀਸ ਦੇ ਵਿੱਚ ਇਹ ਸੋਲੇਬਲ ਹੁੰਦਾ ਐਂਡ ਇਟ ਇਜ਼ ਆਲਸੋ ਕਾਲਡ ਵਾਟਰ ਰਿਪੈਲਿੰਗ ਔਰ ਹਾਈਡਰੋਫੋਬਿਕ ਪਾਰਟ। ਸਿਰਫ ਐਨੇ ਪਾਰਟ ਨੂੰ C17H35 ਨੂੰ ਹਾਈਡਰੋਫੋਬਿਕ ਪਾਰਟ ਵੀ ਕਹਿ ਦਿੰਦੇ ਆ ਜਾਂ ਵਾਟਰ ਰਿਪੈਲਿੰਗ ਪਾਰਟ ਵੀ ਹੁੰਦਾ ਹੈ। ਤੇ ਇਸੇ ਤਰ੍ਹਾਂ ਦੂਜਾ ਫਿਰ ਇਹਦੇ ਵਿੱਚ ਇਹ ਪੋਲਰ ਗਰੁੱਪ ਵਿਚ ਕੰਸਿਸਟ ਆਫ ਕਾਰਬੋਕਸੀਲੇਟ ਆਇਨ ਦੈਟ ਇਜ਼ COO ਨੈਗੇਟਿਵ ਐਂਡ ਇਟ ਇਜ਼ ਆਲਸੋ ਕਾਲਡ ਹੈਡ। ਤੇ ਦੂਜਾ ਪਾਰਟ ਇਹ ਹੁੰਦਾ ਇਹਦੇ ਵਿੱਚ COO ਨੈਗੇਟਿਵ, ਇਹ ਸੈਕੰਡ ਪਾਰਟ ਹੈ, ਇਹ ਕਾਰਬੋਕਸੀਲੇਟ ਆਇਨ ਹੁੰਦਾ, ਇਹ ਕਾਰਬੋਕਸਿਲਿਕ ਗਰੁੱਪ ਤੋਂ ਮਿਲਦਾ ਇਹ, ਤੇ ਇਹ ਪੋਲਰ ਹੁੰਦਾ ਹੈ ਕਿਉਂਕਿ ਕਾਰਬਨ ਤੇ ਆਕਸੀਜਨ ਦੇ ਵਿੱਚ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਹੈ, ਮੀਨਸ ਇਹ ਪੋਲਰ ਹੈ। ਸੋ ਵਾਟਰ 'ਚ ਸੋਲੇਬਲ ਵੀ ਹੁੰਦਾ ਇਹ ਤੇ ਇਹਨੂੰ ਹੈਡ ਦਾ ਨਾਮ ਦਿੱਤਾ ਜਾਂਦਾ ਹੈ। ਦੂਜਾ ਟੇਲ, ਇਹ ਟੇਲ ਹੋ ਗਿਆ ਤੇ ਇਹ ਹੈਡ ਹੋ ਗਿਆ। ਇਟ ਇਜ਼ ਸੋਲੇਬਲ in water and insoluble in oil or grease, therefore it is also called hydrophilic part। ਪਾਣੀ ਦੇ ਵਿੱਚ ਸੋਲੇਬਲ ਹੈ, ਆਇਲ ਜਾਂ ਗਰੀਸ ਦੇ ਵਿੱਚ ਇਨਸੋਲੇਬਲ ਹੈ ਤੇ ਇਸ ਕਰਕੇ ਇਹਨੂੰ ਹਾਈਡਰੋਫਿਲਿਕ ਪਾਰਟ ਕਿਹਾ ਜਾਂਦਾ। ਹਾਈਡਰੋ ਮੀਨਸ ਵਾਟਰ, ਫਿਲਿਕ ਮੀਨਸ ਜਿਹੜਾ ਅਟਰੈਕਟ ਹੁੰਦਾ ਹੋਵੇ ਵਾਟਰ ਦੀ ਤਰਫ। ਸੋ ਪਾਣੀ ਦੀ ਤਰਫ ਅਟਰੈਕਟ ਹੁੰਦਾ ਇਹ। ਪਹਿਲਾਂ ਤੁਸੀਂ ਪੜ੍ਹਿਆ ਸੀ ਹਾਈਡਰੋਫੋਬਿਕ, ਫੋਬਿਕ ਦਾ ਮਤਲਬ ਹੁੰਦਾ ਰਿਪੈਲਿੰਗ, ਹਾਈਡਰੋ ਮੀਨਸ ਪਾਣੀ, ਰਿਪੈਲਿੰਗ ਮਤਲਬ ਵਾਟਰ ਰਿਪੈਲਿੰਗ ਹੈ ਇਹ। ਸੋ ਇਸ ਕਰਕੇ ਹਾਈਡਰੋਫੋਬਿਕ, ਇਹ ਵਾਟਰ ਅਟਰੈਕਟਿੰਗ ਹੈ, ਇਹਨੂੰ ਹਾਈਡਰੋਫਿਲਿਕ ਪਾਰਟ COO ਨੈਗੇਟਿਵ ਪਾਰਟ ਜੋ ਹੈ। ਸੋ ਇਹ ਹੁੰਦੇ ਸਾਡੇ ਕੋਲ ਮੀਜ਼ਲਸ ਤੇ ਨਾ ਮੀਜ਼ਲਸ ਤੇ ਹੀ ਬੇਸਡ ਹੁਣ ਇੱਕ ਨੈਕਸਟ ਬਹੁਤ ਇੰਪੋਰਟੈਂਟ ਟੌਪਿਕ ਹੈ ਤੁਹਾਡਾ, ਪੇਪਰਾਂ 'ਚ ਵੀ ਕਈ ਵਾਰੀ ਟੌਪਿਕ ਆ ਜਾਂਦਾ ਇਹ ਆਪਾਂ ਇੱਥੇ ਡਿਸਕਸ ਕਰਾਂਗੇ। ਕਲੀਨਜ਼ਿੰਗ ਐਕਸ਼ਨ ਆਫ ਸੋਪਸ। ਇਹ ਜਿਹੜੇ ਸਾਬਣ ਹੁੰਦਾ ਇਹ ਸੋਡੀਅਮ ਸਟੀਰੇਟ, ਇਹ ਕਿਵੇਂ ਕੱਪੜੇ ਨੂੰ ਸਾਫ਼ ਕਰਦਾ ਹੈ, ਕੱਪੜੇ ਦੇ ਵਿੱਚੋਂ ਗੰਦਗੀ ਜਿਹੜੀ ਆ ਉਹਨੂੰ ਬਾਹਰ ਕਿਵੇਂ ਕੱਢਦਾ ਹੈ। ਪਹਿਲਾਂ ਤੁਹਾਨੂੰ ਦੱਸ ਦੇਣਾ ਇਹਦੇ ਬਾਰੇ। ਕੱਪੜੇ ਵਗੈਰਾ ਦੇ ਵਿੱਚ ਨਾਰਮਲੀ ਜਿਹੜੀ ਗੰਦਗੀ ਹੁੰਦੀ ਹੈ ਜਾਂ ਤਾਂ ਆਇਲ ਦੇ ਪਾਰਟੀਕਲਸ ਕਿਤੇ ਨਾ ਕਿਤੇ ਸਾਡੀ ਬਾਡੀ ਦੇ ਵਿੱਚੋਂ ਨਿਕਲ ਕੇ ਕੁਝ ਲੱਗੇ ਹੁੰਦੇ ਆ, ਜਾਂ ਫਿਰ ਕਿਤੇ ਨਾ ਕਿਤੇ ਕੋਈ ਆਇਲ ਦਾ ਕੋਈ ਦਾਗ ਪੈ ਗਿਆ, ਕੋਈ ਸਬਜ਼ੀ ਵਗੈਰਾ ਦਾ ਉਹਦੇ ਵਿੱਚੋਂ ਆਇਲ ਦਾ ਦਾਗ ਪੈ ਗਿਆ, ਜਾਂ ਕਿਤੇ ਗਰੀਸ ਵਗੈਰਾ ਲੱਗ ਗਈ।
ਸੋ ਜਦੋਂ ਫਿਰ ਸਾਬਣ ਜੋ ਲਗਾਇਆ ਜਾਂਦਾ ਜਦੋਂ ਗੰਦਗੀ ਦੇ ਉੱਪਰ, ਤਾਂ ਉਸ ਸਮੇਂ ਫਿਰ ਸਾਬਣ ਦੇ ਇਹੀ ਦੋ ਪਾਰਟ, ਇੱਕ ਹਾਈਡਰੋਫਿਲਿਕ ਤੇ ਹਾਈਡਰੋਫੋਬਿਕ। ਸੋ ਜਿਹੜਾ ਹਾਈਡਰੋਫਿਲਿਕ ਪਾਰਟ ਹੈ COO ਨੈਗੇਟਿਵ, ਇਹ ਵਾਟਰ ਦੇ ਵਿੱਚ ਡਿਜ਼ੋਲਵ ਹੋ ਜਾਂਦਾ ਹੈ, ਜਦ ਕਿ ਜਿਹੜਾ ਹਾਈਡਰੋਫੋਬਿਕ ਪਾਰਟ ਨੋਨ ਪੋਲਰ ਜਿਹੜਾ C17H35, ਇਹ ਆਇਲ ਜਾਂ ਗੰਦਗੀ ਦੇ ਵਿੱਚ ਮਿਕਸ ਹੋ ਜਾਂਦਾ ਹੈ। ਸੋ ਇੱਕ ਪਾਣੀ 'ਚ ਮਿਕਸ ਹੋ ਗਿਆ ਤੇ ਇੱਕ ਆਇਲ ਜਾਂ ਗੰਦਗੀ ਦੇ ਵਿੱਚ ਮਿਕਸ ਹੋ ਗਿਆ, ਜਦ ਕਿ ਹੁੰਦੇ ਸਾਬਣ ਦੇ ਵਿੱਚ ਇਕੱਠੇ ਹੀ ਹੈ ਇਹ। ਤੇ ਜਦੋਂ ਫਿਰ ਐਜੀਟੇਸ਼ਨ ਕੀਤੀ ਜਾਂਦੀ ਹੈ, ਹੱਥ ਦੇ ਨਾਲ ਕੱਪੜਾ ਰਬ ਕੀਤਾ ਜਾਂਦਾ ਜਾਂ ਫਿਰ ਬਰਸ਼ ਉਹਦੇ ਉੱਪਰ ਲਗਾਇਆ ਜਾਂਦਾ ਜਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਐਜੀਟੇਸ਼ਨ ਹੁੰਦੀ ਹੈ, ਇਸ ਤਰ੍ਹਾਂ ਘੁੰਮਦੀ ਹੈ, ਤਾਂ ਉਸ ਸਮੇਂ ਫਿਰ ਕਿਆ ਹੁੰਦਾ ਕਿ ਉਹ ਜਿਹੜਾ ਹਾਈਡਰੋਫੋਬਿਕ ਪਾਰਟ, ਜਿਹੜਾ ਨੋਨ ਪੋਲਰ ਪਾਰਟ ਹੈ, ਉਹ ਆਇਲ ਜਾਂ ਗਰੀਸ ਨੂੰ ਵੀ ਆਪਣੇ ਨਾਲ ਹੀ ਬਾਹਰ ਪਾਣੀ ਦੇ ਵਿੱਚ ਕੱਢ ਲੈਂਦਾ। ਸੋ ਇਸ ਤਰ੍ਹਾਂ ਜੋ ਗੰਦਗੀ ਹੈ ਕੱਪੜੇ ਦੀ ਉਹ ਸਾਫ਼ ਹੋ ਜਾਂਦੀ ਹੈ। ਸੋ ਇਹੀ ਟੌਪਿਕ ਆਪਾਂ ਇੱਥੇ ਡਿਸਕਸ ਕਰਨਾ ਹੈ। The cleansing action of soap is due to its tendency to act as micelle and form emulsion। ਕਹਿੰਦੇ ਜਿਹੜਾ ਸਾਬਣ ਹੈ ਉਹ ਇਸ ਕਰਕੇ ਕੱਪੜੇ ਨੂੰ ਕਲੀਨ ਕਰ ਸਕਦਾ ਕਿਉਂਕਿ ਉਹਦੀ ਸਮਰੱਥਾ ਹੁੰਦੀ ਹੈ ਕਿ ਉਹ ਇੱਕ ਮਿਜ਼ਲ ਦੀ ਤਰ੍ਹਾਂ ਐਕਟ ਕਰਦਾ ਹੈ ਤੇ ਪਾਣੀ ਦੇ ਵਿੱਚ ਇੱਕ ਇਮਲਸ਼ਨ ਬਣਾ ਸਕਦਾ ਹੈ। ਇਮਲਸ਼ਨ ਜੋ ਹੈ ਉਹ ਦੋ ਲਿਕੁਇਡ ਸਬਸਟੈਂਸਸ ਜਦੋਂ ਆਪਸ 'ਚ ਮਿਲਦੀਆਂ ਤਾਂ ਉਹਨਾਂ ਦੇ ਮਿਕਸਚਰ ਨੂੰ ਇਮਲਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਇਹ ਸੋਪ ਫॉर एग्जांपल sodium stearate is composed of a long chain of alkyl group called tail and a polar part of COO negative ions called head। ਕਹਿੰਦੇ ਸੋਪ ਜਿਹੜਾ ਸੋਡੀਅਮ ਸਟੀਰੇਟ ਹੈ ਉਹਦੇ ਵਿੱਚ ਇੱਕ ਲੰਬੀ ਚੇਨ ਹੁੰਦੀ ਹੈ ਅਲਕਾਇਲ ਗਰੁੱਪ ਦੀ ਜਿਹਨੂੰ ਟੇਲ ਕਹਿੰਦੇ ਆ, ਤੇ ਇੱਕ ਪੋਲਰ ਪਾਰਟ ਹੁੰਦਾ COO ਨੈਗੇਟਿਵ ਜਿਹਨੂੰ ਹੈਡ ਕਹਿੰਦੇ ਆ। ਆਪਾਂ ਪਹਿਲਾਂ ਵੀ ਪੜ੍ਹਿਆ ਇਹਦੇ ਬਾਰੇ। ਸੋ ਇਸ ਤਰ੍ਹਾਂ ਵੀ ਲਿਖ ਲਿਆ ਜਾਂਦਾ ਇਹਨੂੰ CH3 CH2 15 ਟਾਈਮਸ CH2। ਸੋ ਇਹ ਟੋਟਲ C17H35 ਹੋ ਗਿਆ। ਇਹ COO ਨੈਗੇਟਿਵ ਤੇ Na ਪੋਜ਼ਿਟਿਵ ਸੈਪਰੇਟ ਲਿਖ ਲਿਆ। ਇਹ ਹੈਡ ਹੈ ਤੇ ਇਹ ਟੇਲ ਹੈ। Ordinary the dirt in the clothes is due to the presence of dust particles in oil or grease which stick to the cloth। ਕਹਿੰਦੇ ਨਾਰਮਲੀ ਜਿਹੜੀ ਕੱਪੜੇ ਦੇ ਵਿੱਚ ਗੰਦਗੀ ਹੁੰਦੀ ਹੈ ਉਹ ਇਸ ਕਰਕੇ ਹੁੰਦੀ ਹੈ ਕਿ ਡਸਟ ਪਾਰਟੀਕਲਸ ਜਿਹੜੇ ਹੈ ਆਇਲ ਜਾਂ ਗਰੀਸ ਦੇ ਵਿੱਚ ਉਹ ਕੱਪੜੇ ਦੇ ਉੱਤੇ ਲੱਗ ਜਾਂਦੇ ਆ। ਸਟਿਕ ਮਤਲਬ ਕੱਪੜੇ ਦੇ ਉੱਤੇ ਜਾ ਕੇ ਜੁੜ ਜਾਂਦੇ ਆ। and when the cloth is dipped in the soap solution then the soap and the dirt come in contact with each other। ਤੇ ਜਦੋਂ ਫਿਰ ਕੱਪੜੇ ਨੂੰ ਸੋਪ ਸਾਬਣ ਵਾਲੇ ਸੋਲਿਊਸ਼ਨ 'ਚ ਡਿਪ ਕੀਤਾ ਜਾਂਦਾ ਹੈ, ਭਿਆ ਜਾਂਦਾ ਹੈ, ਤਾਂ ਉਸ ਸਮੇਂ ਗੰਦਗੀ ਤੇ ਸਾਬਣ ਦੋਨੋਂ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆ ਜਾਂਦੇ ਆ। The soap molecules form micelles around the oil droplet in such a way that the hydrophobic part of the stearate ion is in the oil droplet while the hydrophilic part projects out of the oil droplets like the bristles। ਸੋ ਕਹਿੰਦੇ ਕਿਵੇਂ ਹੁੰਦਾ ਕਿ ਸਾਬਣ ਮੋਲੀਕਿਊਲਸ, ਸਾਬਣ ਦੇ ਪਾਰਟੀਕਲਸ ਕਿਆ ਕਰਦੇ ਆ, ਇਹ ਗੰਦਗੀ ਜਾਂ ਆਇਲ ਦੇ ਆਲੇ ਦੁਆਲੇ ਮਿਜ਼ਲ ਫਾਰਮੇਸ਼ਨ ਕਰ ਲੈਂਦੇ ਆ। ਕਿਵੇਂ ਕਿ ਜਿਹੜਾ ਨੋਨ ਪੋਲਰ ਪਾਰਟ ਹੈ C17H35 ਉਹ ਇਹਦੇ ਵਿੱਚ ਮਿਕਸ ਹੋ ਜਾਂਦਾ ਹੈ, ਤੇ ਜਿਹੜਾ ਹਾਈਡਰੋਫਿਲਿਕ ਪਾਰਟ ਹੈ ਵਾਟਰ ਰਿਪੈਲਿੰਗ ਜਿਹੜਾ COO ਨੈਗੇਟਿਵ, ਉਹ ਜਿਵੇਂ ਆ ਤਾਰਾਂ ਜੀਆਂ ਬਾਹਰ ਨਿਕਲ ਜਾਂਦੀਆਂ, ਬ੍ਰਿਸਲਸ ਤਾਰਾਂ ਨੂੰ ਕਹਿੰਦੇ ਆ। ਸੋ ਜਿਵੇਂ ਬਰਸ਼ ਦੀਆਂ ਤਾਰਾਂ ਹੁੰਦੀਆਂ ਇਸ ਤਰ੍ਹਾਂ COO ਨੈਗੇਟਿਵ, O ਨੈਗੇਟਿਵ ਇਸ ਤਰ੍ਹਾਂ ਦੱਸਿਆ ਹੋਇਆ O ਨੈਗੇਟਿਵ। ਸੋ ਇਹ ਤਾਰਾਂ ਦੀ ਤਰ੍ਹਾਂ ਇਹ ਬਾਹਰ ਆ ਜਾਂਦੇ ਆ। ਤੇ ਬਾਅਦ ਦੇ ਵਿੱਚ ਫਿਰ ਉਸੇ ਤਰ੍ਹਾਂ ਆ ਜਿਹੜੇ ਸੋਡੀਅਮ ਆਇਨਸ ਵੀ ਨੇ, ਆ ਨੈਕਸਟ ਦੂਜੀ ਜਿਹੜੀ ਡਾਇਗਰਾਮ ਇਹਦੇ 'ਚ ਦੱਸਿਆ ਹੋਇਆ ਕਿ ਸੋਡੀਅਮ ਆਇਨਸ ਵੀ ਨਾਲ ਹੈ ਵਾਟਰ ਦੇ ਵਿੱਚ, ਸਾਬਣ ਦੇ ਨਾਲ ਇਹ ਵੀ ਪ੍ਰੈਜ਼ੈਂਟ ਹੁੰਦੇ ਸੋਡੀਅਮ ਆਇਨਸ। ਸੋ ਇਹ ਸੋਡੀਅਮ ਆਇਨਸ ਵੀ ਜਿਹੜੇ ਆ ਫਿਰ ਇਹ ਨਾਲ ਇਹਦੇ ਜੁੜੇ ਹੁੰਦੇ ਆ ਇਸ ਤਰ੍ਹਾਂ। ਸੋ ਇੱਥੇ ਲਿਖਿਆ ਹੋਇਆ ਮਾਈਸੈਲ ਫਾਰਮੇਸ਼ਨ ਇਨ ਦਾ ਕਲੀਨਜ਼ਿੰਗ ਐਕਸ਼ਨ ਆਫ ਸੋਪਸ। ਸੋ ਇੱਥੇ ਮਾਈਸੈਲ ਫਾਰਮੇਸ਼ਨ ਹੈ ਤੇ ਇੱਥੇ ਹੈ ਕਲੀਨਜ਼ਿੰਗ ਐਕਸ਼ਨ ਆਫ ਸੋਪਸ। ਇਹ ਦੋ ਡਾਇਗਰਾਮਸ ਵੈਸੇ ਬੁੱਕ 'ਚ ਵੀ ਹੈ, ਜੇ ਇੱਥੇ ਕਲੀਅਰ ਨਹੀਂ, ਜੇ ਥੋੜ੍ਹਾ ਜਿਹਾ ਲਾਈਟ ਨਜ਼ਰ ਆ ਰਿਹਾ ਤਾਂ ਬੁੱਕ ਦੇ ਵਿੱਚੋਂ ਵੀ ਤੁਸੀਂ ਬਣਾ ਸਕਦੇ ਆ। ਇੱਥੇ ਵੀ ਇੱਕ ਡਾਇਗਰਾਮ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਹੈ ਕਿ ਆਹ ਆਇਲ ਪਾਰਟੀਕਲਸ ਜਿਹੜੇ ਨੇ ਇਹਨਾਂ ਦੇ ਆਲੇ ਦੁਆਲੇ ਇਹ ਇਸ ਤਰ੍ਹਾਂ ਜੋ ਸੋਡੀਅਮ ਸਟੀਰੇਟ ਦੇ ਆਇਨਸ ਆ ਉਹ ਇਸ ਤਰ੍ਹਾਂ ਆਲੇ ਦੁਆਲੇ ਇਹ ਜੁੜੇ ਹੋਏ ਆ, ਬ੍ਰਿਸਲਸ ਜਿਹੜੇ ਆ ਨਾਲ ਨਿਕਲੇ ਹੋਏ ਆ, ਇਹਨਾਂ ਨੇ ਮਿਜ਼ਲ ਫਾਰਮੇਸ਼ਨ ਕੀਤੀ ਹੋਈ ਹੈ। ਦੇਖ ਸਕਦੇ ਹੋ ਵੈਸੇ ਬੁੱਕ ਦੇ ਵਿੱਚ ਤੁਸੀਂ ਡਾਇਗਰਾਮ ਜ਼ਰੂਰ ਦਿੱਤੀ ਹੈ। ਨੈਕਸਟ ਇਸ ਤੋਂ ਬਾਅਦ in this manner each oil droplet is surrounded by a number of negatively charged carboxylate ions। ਕਹਿੰਦੇ ਇਸ ਤਰੀਕੇ ਦੇ ਨਾਲ ਹਰ ਇੱਕ ਤੇਲ ਦੀ ਜੋ ਬੂੰਦ ਹੈ ਉਸ ਦੇ ਆਲੇ ਦੁਆਲੇ ਨੈਗੇਟਿਵਲੀ ਚਾਰਜਡ ਕਾਰਬੋਕਸੀਲੇਟ ਆਇਨਸ ਜਿਹੜੇ ਉਹ ਇਸ ਤਰ੍ਹਾਂ ਉਹਦੇ ਆਲੇ ਦੁਆਲੇ ਉਹਨੂੰ ਘੇਰਿਆ ਹੁੰਦਾ ਉਹਨਾਂ ਨੇ। since the polar group can interact with water
ਕਿਉਂਕਿ ਕਹਿੰਦੇ ਜਿਹੜਾ ਪੋਲਰ ਗਰੁੱਪ ਹੈ ਉਹ ਪਾਣੀ ਦੇ ਨਾਲ ਇੰਟਰੈਕਟ ਕਰਦਾ, ਇੰਟਰੈਕਸ਼ਨ ਹੁੰਦੀ ਹੈ ਉਹਦੀ ਪਾਣੀ ਦੀ ਤਰਫ, ਤਾਂ ਫਿਰ ਉਹ ਗੰਦਗੀ ਨੂੰ ਵੀ ਬਾਹਰ ਪਾਣੀ ਦੀ ਤਰਫ ਖਿੱਚਦਾ ਹੈ। So the oil droplets surrounded by stearate ions are then pulled in water and hence removed from the dirty surface। ਕਹਿੰਦੇ ਕਿਉਂਕਿ ਇੰਟਰੈਕਸ਼ਨ ਹੁੰਦੀ ਹੈ ਪਾਣੀ ਦੀ ਤਰਫ ਪੋਲਰ ਪਾਰਟ ਦੀ, ਤਾਂ ਫਿਰ ਉਸ ਸਮੇਂ ਕਿਆ ਹੁੰਦਾ ਕਿ ਉਹ ਆਇਲ ਡ੍ਰੌਪਲੈਟ ਨੂੰ ਵੀ ਆਪਣੇ ਨਾਲ ਹੀ ਪਾਣੀ ਦੇ ਵੱਲ ਬਾਹਰ ਖਿੱਚ ਲੈਂਦਾ, ਐਂਡ ਹੈਂਸ ਰਿਮੂਵਡ ਫਰੋਮ ਦਾ ਡਰਟੀ ਸਰਫੇਸ ਵਿਚ ਆਰ ਦੈਨ ਵਾਸ਼ਡ ਅਵੇ ਵਿਦ ਮੋਰ ਵਾਟਰ। ਤੇ ਫਿਰ ਇਸ ਤਰ੍ਹਾਂ ਫਿਰ ਉਹ ਗੰਦਗੀ ਵਾਲੇ ਸਰਫੇਸ ਦੇ ਵਿੱਚ ਆਇਲ ਦੇ ਜਿਹੜੇ ਡ੍ਰੌਪਲੈਟ ਆ ਉਹ ਵੀ ਪਾਣੀ ਦੀ ਤਰਫ ਬਾਹਰ ਆ ਜਾਂਦੇ ਆ, ਕਿਉਂਕਿ ਜਿਹੜਾ ਪੋਲਰ ਪਾਰਟ ਹੈ ਉਹਦੀ ਪਾਣੀ ਦੀ ਤਰਫ ਇੰਟਰੈਕਸ਼ਨ ਹੁੰਦੀ ਹੈ। ਸੋ ਥੋੜ੍ਹੀ ਬਹੁਤੀ ਐਜੀਟੇਸ਼ਨ ਵੀ ਕਰਦੇ ਹਾਂ ਆਪਾਂ ਕਿ ਉਹਨੂੰ ਥੋੜ੍ਹਾ ਰਗੜਦੇ ਹਾਂ ਜਾਂ ਇਸ ਤਰ੍ਹਾਂ ਹੱਥ ਦੇ ਨਾਲ ਉਹਨੂੰ ਮਲਿਆ ਜਾਂਦਾ ਹੈ। ਸੋ ਉਹਦੇ ਨਾਲ ਫਿਰ ਉਹ ਜੋ ਗੰਦਗੀ ਹੈ ਉਹ ਬਾਹਰ ਆ ਜਾਂਦੀ ਹੈ, ਵਿਚ ਆਰ ਦੈਨ ਵਾਸ਼ਡ ਅਵੇ ਵਿਦ ਮੋਰ ਵਾਟਰ, ਜਿਨ੍ਹਾਂ ਨੂੰ ਫਿਰ ਹੋਰ ਜ਼ਿਆਦਾ ਪਾਣੀ ਦੇ ਨਾਲ ਰਿਮੂਵ ਕਰ ਦਿੱਤਾ ਜਾਂਦਾ ਹੈ। ਸੋ ਇਹ ਇੱਕ ਇੰਪੋਰਟੈਂਟ ਟੌਪਿਕ ਹੈ ਤੁਹਾਡਾ ਕਲੀਨਜ਼ਿੰਗ ਐਕਸ਼ਨ ਆਫ ਸੋਪਸ। ਸੋ ਪੇਪਰਾਂ ਦੇ ਵਿੱਚ ਵੀ ਕਈ ਵਾਰ ਟੌਪਿਕ ਆ ਜਾਂਦਾ ਇਹ, ਸੋ ਜ਼ਰੂਰ ਤੁਸੀਂ ਧਿਆਨ ਨਾਲ ਕਰਨਾ। ਸੋ ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸਹੀ ਇਹ। ਨੈਕਸਟ ਟੌਪਿਕ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।